ਨਮਸਕਾਰ, ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਸਤਿਗੁਰੂ ਕਰਤਾ ਪੁਰਖ 'ਚ ਅੱਜ ਫਿਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਦੀਵਾਲੀ ਦੀ ਅਸੀਂ ਕੁਝ ਗਹਿਨ ਗੱਲਾਂ ਵੀ ਕੀਤੀ ਅਤੇ ਉਹਨਾਂ ਦੇ ਬਾਰੇ 'ਚ ਦੀਵਾਲੀ 'ਚ ਬਾਰੇ 'ਚ ਜਾਣਨ ਦੀ ਕੋਸ਼ਿਸ਼ ਵੀ ਕੀਤੀ। ਇੱਕ ਪੁਰਾਣੀ ਕਥਾ ਸੁਣਾਈ ਥੀ ਰਾਮ ਦੇ ਬਾਰੇ 'ਚ। ਅੱਜ ਫਿਰ ਅਸੀਂ ਥੋੜ੍ਹੀ ਬਹੁਤ ਦੀਵਾਲੀ ਦੇ ਬਾਰੇ 'ਚ ਹੀ ਗੱਲ ਕਰੂੰਗੇ। ਮੈਨੂੰ ਲੱਗਦਾ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਹੋਣਾ, ਕਿਉਂਕਿ ਇਸ 'ਚ ਅਸੀਂ ਇੱਕ ਕਹਾਣੀਕਾਰ ਦੇ ਮਾਧਿਅਮ ਅਸੀਂ ਬਹੁਤ ਸਾਰੀ ਗਿਆਨ ਦੀ ਗੂੜ੍ਹ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਆਈਏ ਸਤਿਗੁਰੂ ਕਰਤਾ ਪੁਰਖ 'ਚ ਅਸੀਂ ਸਵਾਗਤ ਕਰਦੇ ਹਾਂ ਸਾਡੇ ਭਰਾ ਨਿਰਵੈਰ ਭਾਈ ਸਾਹਿਬ। ਆਈਏ ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਓਮ ਸ਼ਾਂਤੀ ਜੀ। ਸਤਿ ਸ੍ਰੀ ਅਕਾਲ। ਭਾਈ ਦੂਜ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਭਾਈ ਦੂਜ ਦਾ ਟੀਕਾ ਜਦੋਂ ਦੇਣਗੇ ਉਹ ਤਾਂ ਹੀ ਮੁਬਾਰਕ ਦੇਣਗੇ ਨਾ। ਜੀ ਭਾਈ ਸਾਹਿਬ ਜ਼ਰੂਰ। ਭਾਈ ਸਾਹਿਬ ਦੀਵਾਲੀ 'ਚ ਇੱਕ ਪੁਰਾਣੀ ਕਥਾ ਹੈ ਕਿ ਸ਼ਕਤੀ ਨੇ ਰੂਪ ਧਾਰਨ ਕੀਤਾ ਮਹਾਕਾਲੀ ਦਾ। ਅਤੇ ਸ਼ਕਤੀ ਕਿੱਦਾਂ, ਜਿੱਦਾਂ ਗਿਆਨ ਮਾਧਿਅਮ 'ਚ ਬੋਲਦੇ ਅਸੀਂ ਕਿ ਬਾਬਾ ਸ਼ਕਤੀ ਰੂਪ ਲੈਣਾ। ਸ਼ਕਤੀ ਰੂਪ ਦੀ ਜ਼ਰੂਰਤ ਕੀ ਸੀ, ਇਹ ਪਹਿਲੇ ਸੋਚਣਾ ਪਏਗਾ। ਜੀ। ਸ਼ਕਤੀ ਰੂਪਾ ਦੇਵੀ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਕਿਸ ਵਾਸਤੇ? ਮਤਲਬ ਵਿਰਾਟ ਰੂਪ ਰਾਕਸ਼ਸਾਂ ਦਾ ਵੱਧ ਕਰਨ ਵਾਸਤੇ, ਕ੍ਰੋਧ ਆ ਕੇ ਕੁਛ। ਤੁਸੀਂ ਹੁਣ ਪ੍ਰੈਕਟੀਕਲ ਦੇਖ ਲਓ ਨਾ, ਅੱਜ ਜੀ। ਦੁਨੀਆ 'ਚ ਕ੍ਰੋਧ ਹੈ, ਹੋਰ ਵੀ ਕਿਤਨੀ ਬੁਰਾਈਆਂ ਹੈਗੀਆਂ। ਜੀ। ਤੇ ਉਹਦੇ ਵਾਸਤੇ ਜਦੋਂ ਗਿਆਨ ਮਿਲਦਾ ਈ, ਡਰਾਮਾ ਅਨੁਸਾਰ ਗਿਆਨ ਦੇਣ ਵਾਸਤੇ ਇਸ ਵੇਲੇ ਕਲਯੁਗ ਦੇ ਅੰਤ ਔਰ ਸਤਯੁਗ ਦੇ ਆਦਿ ਦੇ ਪੁਰਸ਼ੋਤਮ ਸੰਗਮ ਯੁਗ ਤੇ ਜੀ। ਇਹ ਆਨਰ ਭੈਣਾਂ ਨੂੰ ਮਿਲਿਆ ਹੋਇਆ ਹੈ। ਉਹ ਗਿਆਨਵਾਨ ਖੁਦ ਬਣ ਕਰਕੇ ਔਰ ਫਿਰ ਜੋ ਜਿਹਨਾਂ 'ਚ ਪੰਜ ਵਿਕਾਰ ਹੈਗੇ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹਨਾਂ ਨੂੰ ਨਿਰਵਿਕਾਰੀ ਬਣਾਉਣਾ। ਕਿਉਂਕਿ ਜਿਹਦੇ 'ਚ ਇਹ ਬੁਰਾਈਆਂ ਹੋਣਗੀਆਂ ਉਹਨੂੰ ਕਹਿਣਗੇ ਰਾਖਸ਼ਸ। ਔਰ ਉਹਦਾ ਰਾਖਸ਼ਸ ਪਣੇ ਦਾ ਵੱਧ ਕਰਦੇ ਨੇ। ਉਹਨੂੰ ਵਿਅਕਤੀ ਨੂੰ ਖਤਮ ਨਹੀਂ ਕਰਨਾ ਹੈ, ਲੇਕਿਨ ਉਹਦੇ 'ਚ ਜਿਹੜਾ ਰਾਖਸ਼ਸ ਪਣਾਈ ਔਰ ਉਹ ਭੈਣਾਂ ਬੈਠ ਕਰਕੇ ਗਿਆਨ ਦੇ ਕਰਕੇ ਗਿਆਨ ਦੀ ਸ਼ਕਤੀ ਨਾਲ, ਜਿਹੜੀ ਕਹਿੰਦੇ ਨਾ ਉਹਨਾਂ ਦੀ ਸ਼ਕਤੀ, ਤੇ ਸ਼ਕਤੀ ਕਿਸ ਚੀਜ਼? ਨੌਲੇਜ ਇਜ਼ ਪਾਵਰ। ਜਦੋਂ ਗਿਆਨ ਦਿੰਦੇ ਨੇ ਕਿ ਤੁਸੀਂ ਆਤਮਾ ਹੈਗੇ ਹੋ, ਤੁਸੀਂ ਪਰਮਾਤਮਾ ਦੇ ਬੱਚੇ ਹੈਗੇ ਹੋ, ਪਰਮਾਤਮਾ ਦੇ ਬੱਚੇ ਤੇ ਬੜੇ ਪਾਵਨ ਹੋਣੇ ਚਾਹੀਦੇ ਆ, ਤੁਹਾਡੇ ਮਨ 'ਚ ਕੋਈ ਵੀ ਵਿਕਾਰ ਨਹੀਂ ਹੋਣੇ ਚਾਹੀਦੇ ਆ, ਤੇ ਉਹ ਰੀਅਲਾਈਜ਼ ਕਰਾਉਂਦੇ ਨੇ। ਜੀ। ਜਦੋਂ ਉਹ ਰੀਅਲਾਈਜ਼ੇਸ਼ਨ ਹੁੰਦੀ ਹੈ ਤੇ ਵਿਅਕਤੀ ਆਪਣੇ ਅੰਦਰ ਸੰਕਲਪ ਕਰਦਾ ਹੀ ਕਿ ਆਪਣੇ ਜੀਵਨ ਤੋਂ ਇਹ ਬੁਰਾਈਆਂ ਜਿਹੜੀਆਂ ਉਹ ਨਿਕਾਲ ਦਿਓ। ਕਿਉਂਕਿ ਉਹਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਆਤਮਾ ਦਾ ਅਸਲੀ ਰੂਪ ਜਿਹੜਾ ਹੀ ਉਸ ਪਿਤਾ ਪਰਮਾਤਮਾ ਬਾਪ ਦੇ ਸਮਾਨ ਹੈਗਾ ਹੀ। ਬਾਪ ਦੇ ਸਮਾਨ ਮਾਨਾ, ਜਦੋਂ ਵੀ ਕੋਈ ਅਸ਼ਾਂਤੀ ਹੁੰਦੀ, ਕੁਛ ਹੁੰਦਾ ਤੇ ਕੀ ਕਹਿੰਦੇ ਆ, ਕੋਈ ਸਰੀਰ ਛੱਡਦਾ ਹੀ ਤੇ ਕੀ ਕਹਿੰਦੇ ਆ, ਬਈ ਭਗਵਾਨ ਨੂੰ ਯਾਦ ਕਰੋ, ਵਾਹਿਗੁਰੂ ਨੂੰ ਯਾਦ ਕਰੋ, ਈਸ਼ਵਰ ਨੂੰ ਯਾਦ ਕਰੋ, ਤਾਂ ਕਿ ਇਸ ਆਤਮਾ ਨੂੰ ਸ਼ਾਂਤੀ ਮਿਲੇ। ਜੀ। ਤੇ ਸ਼ਾਂਤੀ ਵਾਸਤੇ ਸ਼ਾਂਤੀ ਦਾ ਸਾਗਰ ਪਰਮ ਪਿਤਾ ਪਰਮਾਤਮਾ ਹੈ। ਔਰ ਫਿਰ ਸ਼ਾਂਤੀ ਦਾ ਆਧਾਰ ਕੀ ਹੈ? ਸ਼ਾਂਤੀ ਦਾ ਆਧਾਰ ਹੈ ਪਵਿੱਤਰਤਾ। ਜਿਸ ਦਾ ਮਨ ਪਵਿੱਤਰ ਹੋਏਗਾ ਉਹਦੇ ਮਨ 'ਚ ਸ਼ਾਂਤੀ ਹੋਏਗੀ। ਜੀ। ਅਗਰ ਮਨ 'ਚ
ਕੋਈ ਵੀ ਵਿਕਾਰ ਹੋਏਗਾ ਫਿਰ ਸ਼ਾਂਤੀ ਹੋਣ ਦਾ ਸਵਾਲ ਹੀ ਨਹੀਂ ਹੈ। ਇਸ ਕਰਕੇ ਤੁਸੀਂ ਦੇਖਿਆ ਹੋਵੇਗਾ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲੇ 'ਚ ਜੀ ਜਦੋਂ ਕੋਈ ਗਿਆਨ ਔਰ ਯੋਗ ਦੀ ਸਿੱਖਿਆ ਲੈਣ ਵਾਸਤੇ ਆਉਂਦੇ ਨੇ ਤੇ ਉਹਨਾਂ ਭਾਈ ਭੈਣਾਂ ਨੂੰ ਆਹਿਸਤਾ ਆਹਿਸਤਾ ਗਿਆਨ ਦੇ ਆਧਾਰ ਨਾਲ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਹਾਡਾ ਆਪਣਾ ਅਸਲੀ ਰੂਪ ਜਿਹੜਾ ਹੀ ਆਤਮਿਕ ਭਾਵ ਵਾਲਾ ਜਿਹੜਾ ਰੂਪ ਹੈ ਉਹ ਪਵਿੱਤਰ ਸਰੂਪ ਹੈ, ਉਹ ਸ਼ਾਂਤ ਸਰੂਪ ਹੈ, ਉਹ ਪ੍ਰੇਮ ਸਰੂਪ ਹੈ। ਉਹਦੀ ਯਾਦ ਦਿਲਾਉਂਦੇ ਆ ਔਰ ਫਿਰ ਹੁਣ ਉਸ ਸਰੂਪ 'ਚ ਆਪਣੇ ਆਪ ਨੂੰ ਤੁਸੀਂ ਸਥਿਤ ਕਰੋ। ਉਹਦੇ ਵਾਸਤੇ ਹੁੰਦੀ ਹੈ ਮੈਡੀਟੇਸ਼ਨ। ਸਹਿਜ ਰਾਜ ਯੋਗ ਮੈਡੀਟੇਸ਼ਨ ਜੋ ਹੈ ਜੀ ਤਾਂ ਉਹ ਵਿਅਕਤੀ ਨੂੰ ਆਪਣੇ ਹੀ ਉਹਦੇ ਜਿਹੜੇ ਸਦਗੁਣ ਹੈਗੇ ਆ ਉਹਨਾਂ ਦੀ ਸਿਮਰਤੀ ਵਾਪਸ ਲਿਆਉਣ ਵਾਸਤੇ ਮੈਡੀਟੇਸ਼ਨ ਇਫੈਕਟਿਵ ਹੈ ਬਹੁਤ। ਜੀ ਇਹ ਮੈਡੀਟੇਸ਼ਨ ਤੁਸੀਂ ਇੱਕ ਗੱਲ ਬੋਲੀ ਲਈ, ਇਸ 'ਚ ਪਹਿਲੇ ਤੁਸੀਂ ਇੱਕ ਪ੍ਰਸ਼ਨ ਦੇ ਹੱਲ 'ਚ ਇੱਕ ਪਵਿੱਤਰਤਾ ਬੋਲੀ। ਇਹ ਪਵਿੱਤਰਤਾ ਕੀ ਹੈ? ਕਿ ਮਤਲਬ ਸਿਰਫ ਸਾਫ ਸੁਥਰਾ ਰਹਿਣਾ, ਮਤਲਬ ਕਿਹਨੂੰ ਗਿਆਨ ਦੇ ਮਾਧਿਅਮ 'ਚ ਕਿਹਨੂੰ ਮਨ ਪਵਿੱਤਰਤਾ? ਦੀ ਪਵਿੱਤਰਤਾ ਚਾਹੀਦੀ ਹੈ ਨਾ। ਮਨ 'ਚ ਖੋਟੇ ਅਗਰ ਤੁਹਾਡੇ ਸੰਕਲਪ ਚੱਲਣਗੇ ਤਾਂ ਤੁਹਾਨੂੰ ਸ਼ਾਂਤੀ ਕਿੱਥੇ ਰਹੇਗੀ? ਮਨ ਦੀ ਪਵਿੱਤਰਤਾ ਪਹਿਲੇ ਚਾਹੀਦੀ। ਕਿ ਦੂਸਰਿਆਂ ਦੇ ਪ੍ਰਤੀ ਮਤਲਬ ਬੁਰਾ ਸੋਚਣਾ, ਉਹ ਦੂਸਰਿਆਂ ਦੇ ਪ੍ਰਤੀ ਬੁਰਾ ਸੋਚਣਾ ਜਾਂ ਹੋਰ ਕੋਈ ਕਈ ਗੱਲਾਂ ਹੈਗੀਆਂ ਹੀ ਨਾ। ਠਗੀ ਕਰਨਾ, ਚੋਰੀ ਕਰਨਾ, ਕਿਸੇ ਨੂੰ ਦੁੱਖ ਦੇਣਾ, ਅੱਛਾ ਇਹ ਸਾਰੀਆਂ ਗੱਲਾਂ ਕੀ ਹੈਗੀਆਂ, ਕਿੱਥੇ ਆਉਂਦੀਆਂ? ਪਹਿਲੇ ਮਨ 'ਚ ਹੀ ਆਉਂਦੀਆਂ ਨੇ। ਬਿਲਕੁਲ। ਇਸ ਕਰਕੇ ਗਿਆਨਵਾਨ ਆਤਮਾ ਜਦੋਂ ਬਣਦੇ ਨੇ ਤੇ ਸ਼ਿਵ ਬਾਬਾ ਹਰ ਆਤਮਾ ਨੂੰ ਇੱਕ ਹੀ ਬੜਾ ਛੋਟਾ ਜਿਹਾ ਮਹਾਮੰਤਰ ਦਿੰਦੇ ਆ ਜੀ ਜਿਹਨੂੰ ਬਾਬਾ ਦੇ ਸ਼ਬਦਾਂ 'ਚ ਮਨ ਮਨਾ ਭਾਵ ਕਹਿੰਦੇ ਆ ਵੀ ਮਨ ਮੇਰੇ ਸਾਥ ਲਗਾਓ। ਤਾਂ ਜਿਤਨਾ ਮਨ ਮਨਾ ਭਾਵ ਹੋ ਕੇ ਰਹਿਣਗੇ, ਸ਼ਿਵ ਬਾਬਾ ਦੇ ਨਾਲ ਮਨ ਲਗਾਉਣਗੇ ਤੇ ਮਨ ਦੇ ਲੈਵਲ ਤੇ ਸੰਗ ਦਾ ਰੰਗ ਲੱਗਦਾ ਹੈ। ਸ਼ਿਵ ਬਾਬਾ ਦਾ ਸੰਗ ਕਰਨਗੇ ਉਹ ਪਹਿਲੇ ਸੋਚੋ ਤਾਂ ਸਹੀ, ਉਹਨੂੰ ਕਨਸੈਪਚੁਅਲਾਈਜ਼ ਕਰਨਾ। ਅਰੇ ਕੌਣ? ਸ਼ਿਵ ਬਾਬਾ ਸਰਵ ਸ਼ਕਤੀਵਾਨ, ਗਿਆਨ ਦਾ ਸਾਗਰ, ਪ੍ਰੇਮ ਦਾ ਸਾਗਰ, ਸੁਖ ਦਾ ਸਾਗਰ, ਜੀ ਸ਼ਾਂਤੀ ਦਾ ਸਾਗਰ। ਉਹਨਾਂ ਦੇ ਨਾਲ ਮਨ ਲਗਾਉਣਾ, ਉਹਨਾਂ ਦੀ ਕੰਪਨੀ 'ਚ ਰਹਿਣਾ, ਉਹਨਾਂ ਦੇ ਸਾਨਿਧਿ 'ਚ ਰਹਿਣਾ ਤੇ ਇਹ ਤਾਂ ਬਹੁਤ ਵੱਡੀ ਗੱਲ ਹੈ। ਇੱਕ ਸਾਈਡ ਇਹ ਵੱਡੀ ਗੱਲ ਹੈ, ਜੀ ਦੂਜੀ ਸਾਈਡ ਇਹ ਬੜੀ ਮਹੀਨ ਗੱਲ ਹੈ, ਤੀਸਰੀ ਸਾਈਡ ਇਹ ਬੜੀ ਸੁਭਾਗੇ ਦੀ ਗੱਲ ਹੈ। ਜਿਹੜਾ ਵਿਅਕਤੀ ਈਸ਼ਵਰੀ ਗਿਆਨ ਨੂੰ ਠੀਕ ਤਰ੍ਹਾਂ ਸਮਝ ਕਰਕੇ ਪਰਮਾਤਮਾ ਦੇ ਨਾਲ ਮਨ ਲਗਾਉਣਾ ਸਿੱਖ ਲੈਂਦਾ ਹੀ, ਉਹਦੇ ਵਰਗੀ ਤੇ ਜੀਵਨ ਹੀ ਕਿਸੇ ਦੀ ਨਹੀਂ। ਫਿਰ ਤੇ ਉਹਦੇ ਮਨ ਚੋਂ 5 ਵਿਕਾਰ ਜਿਹੜੇ ਆ ਉਹ ਚਲੇ ਜਾਂਦੇ ਆ, ਛੁੱਟੀ ਲੈ ਲੈਂਦੇ ਆ। ਛੁੱਟੀ ਲੈ ਲੈਂਦੇ ਆ, ਜਾਂ ਇਸ ਤਰ੍ਹਾਂ ਹੀ ਕਹੀਏ ਕਿ ਉਹਨਾਂ ਦੇ ਉੱਪਰ ਵਿਜੇ ਹੋ ਜਾਂਦੀ ਹੈ। ਜੋ ਵਿਜੇ ਦਸ਼ਮੀ ਮਨਾਈ ਸੀ ਨਾ, ਜੀ ਉਹਦੇ ਬਾਰੇ 'ਚ ਪਹਿਲੇ ਗੱਲਾਂ ਜੀ ਕੀਤੀਆਂ ਸੀ। ਜੀ 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 ਤੇ ਉਹ ਰਾਵਣ ਦੇ 5 ਸਿਰ ਭੈਣਾਂ ਦੇ, 5 ਸਿਰ ਭਾਈਆਂ ਦੇ ਜਿਹੜੇ ਦਿਖਾਏ ਸੀ, 10 ਸਿਰ, ਔਰ ਉੱਪਰ ਗਧੇ ਦਾ ਸਿਰ ਦਿਖਾਇਆ ਹੋਇਆ, ਉਹ ਸਭ ਖਤਮ ਹੋ ਜਾਂਦੇ ਆ। ਜਦੋਂ ਆਤਮਾ ਗਿਆਨਵਾਨ ਬਣ ਜਾਂਦੀ ਹੈ, ਉਹਦੀ ਆਤਮ ਜੋਤ ਜਗ ਜਾਂਦੀ ਹੈ ਤੇ ਉਹਦੇ ਵਿੱਚ ਉਹਦੀ ਜਿਹੜੀ ਭਾਵਨਾ ਜਿਹੜੀ ਉਹ ਸਾਰੀ ਚੇਂਜ ਹੋ ਜਾਂਦੀ ਹੈ। ਔਰ ਭਾਵਨਾ ਚੇਂਜ ਹੋਣ ਕਰਕੇ ਤੁਸੀਂ ਜਾਣਦੇ ਹੋ ਉਹੋ ਹੀ ਮਨ ਹੈ, ਮਨ ਦੀ ਸਾਰੀ ਗੱਲ, ਉਹੋ ਹੀ ਮਨ ਫਿਰ ਪਵਿੱਤਰ ਹੋ ਜਾਂਦਾ ਹੈ। ਜੀ ਤੇ ਤੁਸੀਂ ਪਵਿੱਤਰ ਬੋਲਿਆ, ਸਤਯੁਗ ਦੀ ਪਵਿੱਤਰਤਾ ਤੇ ਨਾਲੇ ਸੰਗਮ ਯੁਗ ਦੀ ਪਵਿੱਤਰਤਾ,
ਅਰਥਾਤ ਦੇਵੀ ਦੇਵਤਾਂ ਦੀ ਪਵਿੱਤਰਤਾ ਤੇ ਨਾਲੇ ਸਾਡੇ ਬ੍ਰਾਹਮਣ ਦੀ ਪਵਿੱਤਰਤਾ 'ਚ ਕੀ ਫਰਕ ਹੈ? ਬ੍ਰਾਹਮਣਾਂ ਦੀ ਜਿਹੜੀ ਜੀਵਨ ਹੈ ਉਹਦੇ ਵਿੱਚ ਪਾਸਟ ਵੀ ਹੈ ਜੀ ਔਰ ਪ੍ਰੈਜ਼ੈਂਟ ਵੀ ਹੈ। ਮਿਹਨਤ ਕਰਕੇ ਆਪਣੇ ਅੰਦਰ ਉਹ ਪਰਿਵਰਤਨ ਲਿਆਉਣ ਦਾ ਟਾਈਮ ਹੈ ਬ੍ਰਾਹਮਣ ਜੀਵਨ ਦਾ। ਅੱਛਾ। ਔਰ ਜਦੋਂ ਸਤਯੁਗ ਦੀ ਜੀਵਨ ਹੈ ਤੇ ਉੱਥੇ ਜੋ ਸਥਿਤੀ ਅਸੀਂ ਪਾਰ ਕਰਕੇ ਆਪਣੀ ਸਥਿਤੀ ਬਣਾਈ ਹੈ, ਜਿਸ ਲੈਵਲ ਤਾਈਂ ਪਹੁੰਚੇ ਉਸ ਲੈਵਲ ਦੇ ਹਿਸਾਬ ਨਾਲ ਸਤਯੁਗੀ ਜੀਵਨ 'ਚ ਆਪਣਾ ਪ੍ਰਾਰਬਧ ਭੋਗਣ ਦਾ ਟਾਈਮ ਆ ਜਾਂਦਾ ਹੈ ਤੇ ਉੱਥੇ ਮਿਹਨਤ ਨਹੀਂ ਕਰਨੀ ਪੈਂਦੀ। ਅੱਛਾ, ਉਹ ਇੱਥੇ ਤੇ ਹੀ ਹੋ ਕੇ ਜਾਂਦਾ ਬ੍ਰਾਹਮਣ ਪਵਿੱਤਰ। ਬ੍ਰਾਹਮਣ ਪਵਿੱਤਰ ਬਣੇਗਾ ਤਾਂ ਹੀ ਉੱਥੇ ਜਾ ਸਕਦਾ। ਅੱਛਾ। ਇਹ ਨਾ ਕੋਈ ਸੋਚੇ ਕਿ ਮਰਨ ਤੋਂ ਬਾਅਦ ਬਈ ਸਭ ਸਵਰਗ ਹੀ ਚਲੇ ਜਾਂਦੇ ਆ, ਐਵੇਂ ਨਹੀਂ ਚਲੇ ਜਾਂਦੇ ਜੀ। ਨਹੀਂ ਤੇ ਭਾਵਨਾ ਬੜੀ ਉੱਚ ਹੈ। ਜਦੋਂ ਕੋਈ ਸਰੀਰ ਛੱਡਦਾ ਤੇ ਕਹਿੰਦੇ ਜੀ ਉਹ ਫਲਾਨਾ ਸਵਰਗ ਪਤਾ ਰਿਹਾ। ਪਰ ਸਵਰਗ ਦੇ ਵਾਸਤੇ ਜਾਣ ਵਾਸਤੇ ਕਰਮ ਕਿਹੜਾ ਕੀਤਾ? ਕਰਮ ਵੀ ਤੇ ਚਾਹੀਦਾ ਹੀ ਨਾ। ਸ੍ਰੇਸ਼ਟ ਕਰਮ ਕਰਨ ਤਾਂ ਜਾ ਕਰਕੇ ਸਵਰਗ 'ਚ ਪਹੁੰਚਣਾ। ਤੇ ਉਹ ਸ੍ਰੇਸ਼ਟ ਕਰਮਾਂ ਦਾ ਫਲ ਹੈ ਸਤਯੁਗ 'ਚ ਪਹੁੰਚਣਾ। ਔਰ ਸ੍ਰੇਸ਼ਟ ਕਰਮਾਂ 'ਚ ਮਨ ਦੀ ਪਵਿੱਤਰਤਾ ਪਹਿਲੇ ਨੰਬਰ। ਫਿਰ ਉਸ ਤੋਂ ਬਾਅਦ ਹੈ ਪ੍ਰੈਕਟੀਕਲ ਲਾਈਫ ਦੀ ਐਕਟੀਵਿਟੀਜ਼। ਭਾਵਨਾ ਜਿਹੜੀ ਆ ਉਹ ਪਵਿੱਤਰ ਚਾਹੀਦੀ ਹੈ। ਇਹ ਨਹੀਂ ਕਿ ਉਹ ਜਿਸ ਤਰ੍ਹਾਂ ਪੰਜਾਬੀ 'ਚ ਕੀ ਕਹਿੰਦੇ ਆ, ਮੁੱਖ 'ਚ ਰਾਮ ਰਾਮ ਬਗਲ 'ਚ ਛੁਰੀ, ਉਹ ਨਹੀਂ ਚਾਹੀਦਾ। ਹਾਂਜੀ। ਤੇ ਜਿਹੜੀ ਪਵਿੱਤਰਤਾ, ਇਹ ਜਿਹੜੇ 4 ਸਬਜੈਕਟ ਹੈ ਗਿਆਨ ਮਾਧਿਅਮ 'ਚ, ਗਿਆਨ, ਯੋਗ, ਧਾਰਨਾ ਤੇ ਸੇਵਾ, ਤੇ ਤੀਜਾ ਨੰਬਰ ਹੈ ਧਾਰਨਾ, ਉਸ 'ਚ ਇਹ ਪਵਿੱਤਰਤਾ ਆਉਂਦੀ? ਅੰਡਰਸਟੂਡ ਹੈ। ਹੋਰ ਕਿਹਦੇ 'ਚ ਆਏਗੀ? ਤੇ ਧਾਰਨਾ ਮਤਲਬ ਜਿੱਦਾਂ ਦੇਖਿਆ ਜਾਏ ਨੋਰਮਲ ਇੱਕ ਵਿਅਕਤੀ ਸੋਚਦਾ ਕਿ ਧਾਰਨਾ ਖਾਣ ਪਾਣ ਦੀ ਧਾਰਨਾ, ਸਵੱਛ ਰਹਿਣ ਦੀ ਧਾਰਨਾ, ਗਿਆਨ ਯੋਗ ਦੀ ਧਾਰਨਾ, ਮਤਲਬ ਪਵਿੱਤਰਤਾ ਉਸ 'ਚ ਧਾਰਨ ਕਰਕੇ ਕਿੱਦਾਂ ਲੈ ਸਕੇ? ਦਰਪਣ ਕਿਆ ਹੈ? ਦਰਪਣ ਤੇ ਤੁਹਾਡੇ ਸਾਹਮਣੇ ਹੁੰਦਾ ਨਾ। ਜਿਹੜੇ ਜਿਸਨੇ ਆਪਣੇ ਜੀਵਨ 'ਚ ਸੰਕਲਪ ਲਿਆ ਕਿ ਮੈਂ ਆਪਣਾ ਜੀਵਨ ਪਵਿੱਤਰ ਜੀਵਨ ਬਤੀਤ ਕਰਾਂਗਾ। ਜੀ ਜੀ। ਔਰ ਉਹਦੇ ਅਨੁਸਾਰ ਉਹ ਚੱਲ ਰਹੇ ਨੇ। ਔਰ ਉਹ ਜਾਣਦੇ ਨੇ ਕਿ ਮਨ ਦੀ ਪਵਿੱਤਰਤਾ ਵਾਸਤੇ ਇਹ ਕਹਾਵਤ ਹੈ ਕਿ ਜੈਸਾ ਅੰਨ ਵੈਸਾ ਮਨ। ਜੀ ਜੀ। ਤੇ ਫਿਰ ਉਹਦੇ ਹਿਸਾਬ ਨਾਲ ਜੋ ਭੋਜਨ ਬਣਨਾ ਹੈ, ਉਹਦਾ ਜਿਹੜਾ ਅੰਨ ਹੈ ਉਹ ਕਿਸ ਤਰ੍ਹਾਂ ਕਮਾਇਆ ਗਿਆ। ਕਮਾਉਣ 'ਚ ਵੀ ਪਵਿੱਤਰਤਾ ਚਾਹੀਦੀ ਹੈ। ਧੋਖੇਬਾਜ਼ੀ ਨਾਲ ਨਹੀਂ, ਲਾਲਚ ਦੇ ਉਹਦੇ 'ਚ ਆ ਕੇ ਨਹੀਂ। ਤੇ ਉਹਦੇ ਹਿਸਾਬ ਨਾਲ ਤੁਸੀਂ ਸੋਚੋ ਪਵਿੱਤਰਤਾ। ਤੇ ਜੋ ਅੰਨ ਤੁਸੀਂ ਖਾਣਾ ਹੀ ਜਾਂ ਜੋ ਭੋਜਨ ਕਰਨਾ ਹੀ, ਇੱਕ ਤੇ ਉਹ ਪਵਿੱਤਰ ਸਾਧਨਾ ਦੇ ਜ਼ਰੀਏ ਹੋਣਾ ਚਾਹੀਦਾ ਬਣਿਆ ਹੋਇਆ। ਦੂਸਰਾ ਹੈ ਜੋ ਬਣਾਉਣ ਵਾਲੇ ਨੇ, ਉਹਨਾਂ ਦਾ ਮਨ ਵੀ ਪਵਿੱਤਰ ਚਾਹੀਦਾ। ਇਸ ਕਰਕੇ ਬਾਬਾ ਕਹਿੰਦੇ ਕਿ ਜਦੋਂ ਤੁਸੀਂ ਭੋਜਨ ਬਣਾਉਂਦੇ ਹੋ ਤੇ ਉਸ ਨੂੰ ਤੁਸੀਂ ਭੋਗ ਬਣਾਉਣ ਦੇ ਸੰਕਲਪ ਨਾਲ ਵੀ ਇਹ ਭਗਵਾਨ ਨੂੰ, ਅਰਪਣ, ਈਸ਼ਵਰ ਨੂੰ ਜਾਂ ਵਾਹਿਗੁਰੂ ਨੂੰ ਪਹਿਲੇ ਉਹਨਾਂ ਨੂੰ ਭੋਗ ਲਗਾਉਣਾ ਹੀ, ਫਿਰ ਅਸੀਂ ਖਾਣਾ ਹੀ। ਤੇ ਉਹ ਭੋਗ ਜਿਹੜਾ ਬਣਾ ਰਹੇ ਹੋ ਉਹ ਬੜਾ ਸ਼ੁੱਧ ਹੋਏਗਾ, ਸ਼ੁੱਧ ਮਨ ਨਾਲ ਬਣੇਗਾ। ਔਰ ਫਿਰ ਖਾਣ ਦੇ ਵੇਲੇ ਵੀ ਮਨ ਕਿੱਥੇ ਹੈਗਾ ਹੀ? ਖਾਣ ਦੀ ਹਵਸ ਅਗਰ ਹੈਗੀ ਹੈ, ਲਾਲਚ ਹੈਗਾ ਹੀ,
ਤੇ ਭੁੱਲ ਜਾਣਗੇ ਕਿ ਇਹ ਭੋਜਨ ਦੇਣ ਵਾਲਾ ਕੌਣ ਹੈ, ਵੀ ਉਹਨਾਂ ਨੂੰ ਵੀ ਪਹਿਲੇ ਆਫਰ ਕਰੀਏ, ਫਟਾਫਟ ਲੈ ਕੇ ਖਾਣਾ ਸ਼ੁਰੂ ਕਰ ਦੇਣਗੇ। ਯਾਦ ਚ ਖਾ ਕੇ ਅਸੀਂ ਉਹ ਉਹਦੀ ਬਜਾਏ ਪਹਿਲੇ ਤੁਸੀਂ ਦੇਖਿਆ ਹੋਵੇਗਾ ਆਪਣੇ ਬਾਬਾ ਦੇ ਬੱਚੇ ਬੀਕੇਸ ਜੋ ਵੀ ਹਨ, ਕਿਤੇ ਵੀ ਹਨ, ਕੈਸੇ ਵੀ ਹਨ, ਜਦੋਂ ਭੋਜਨ ਕਰਦੇ ਨੇ ਤਾਂ ਪਹਿਲੇ ਬਾਪ ਦਾਦਾ ਨੂੰ ਯਾਦ ਕਰਦੇ ਨੇ, ਮਨ ਹੀ ਮਨ 'ਚ ਜਿਸ ਤਰ੍ਹਾਂ ਉਹ ਭੋਗ ਸਵੀਕਾਰ ਕਰਾਉਂਦੇ ਨੇ, ਉਸ ਤੋਂ ਬਾਅਦ ਫਿਰ ਭੋਜਨ ਕਰਦੇ ਨੇ। ਔਰ ਉਹ ਵੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਸ਼ਿਵ ਬਾਬਾ ਦੀ ਯਾਦ 'ਚ ਰਹਿ ਕਰਕੇ ਕਰੀਏ। ਹਾਲਾਂਕਿ ਸ਼ਿਵ ਬਾਬਾ ਕੋਈ ਤੁਹਾਡੇ ਉਹ ਖਾਣ ਵਾਸਤੇ ਤਾਂ ਨਹੀਂ ਆਉਂਦਾ ਹੀ, ਲੇਕਿਨ ਯਾਦ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਫਾਇਦਾ ਉਹਦਾ ਹੁੰਦਾ ਹੀ। ਜਦੋਂ ਸ਼ਿਵ ਬਾਬਾ ਨਾਲ ਮਨ ਲੱਗਿਆ ਰਹੇਗਾ, ਤੁਹਾਡਾ ਮਨ ਸ਼ੁੱਧ ਹੀ ਰਹੇਗਾ ਤੇ ਉਹਦੇ 'ਚ ਡਬਲ ਫਾਇਦਾ। ਤੁਹਾਡੇ ਉਹ ਪ੍ਰਕੰਪਨ ਜਿਹੜੇ ਹੈ, ਦ੍ਰਿਸ਼ਟੀ ਤੁਹਾਡੀ ਖਾਣੇ 'ਚ ਜਾਂਦੀ ਤੇ ਉਹ ਵੀ ਹੋਰ ਪਾਵਨ ਬਣ ਜਾਂਦਾ ਹੀ, ਉਹ ਤੁਹਾਡੇ ਮਨ ਨੂੰ ਹੋਰ ਅੱਛਾ ਮਦਦ ਕਰੇਗਾ। ਜੀ, ਤੁਸੀਂ ਇਸ 'ਚ ਪਵਿੱਤਰਤਾ ਦੇ ਬਾਰੇ 'ਚ ਇੱਕ ਮੈਡੀਟੇਸ਼ਨ ਮਤਲਬ ਸਹਿਜ ਰਾਜਯੋਗ ਦੱਸਿਆ। ਉਸ ਸਹਿਜ ਰਾਜਯੋਗ ਤੋਂ ਅਸੀਂ ਪਵਿੱਤਰਤਾ ਦੇ ਬਾਰੇ 'ਚ ਅਸੀਂ ਕਿੱਦਾਂ ਇਮਰਜ ਕਰੀਏ, ਕਿਆ ਸੰਕਲਪ ਕਰੀਏ, ਅਤੇ ਭੋਗ ਜੋ ਅਸੀਂ ਯੋਗ ਲਗਾਉਂਦੇ, ਭੋਗ ਸਵੀਕਾਰ ਕਰਨ, ਉਸ ਟਾਈਮ ਕਿਆ ਇਮਰਜ ਕਰਨਾ, ਕਿਆ ਸੰਕਲਪ ਲੈਣਾ, ਅਤੇ ਜਦ ਅਸੀਂ ਭੋਗ ਖਾਂਦੇ ਉਸ ਟਾਈਮ ਕਿਆ ਸੰਕਲਪ ਕਰਨਾ। ਕਿਆ ਤੁਸੀਂ ਸਾਰੇ ਸਵਾਲ ਇੱਕ ਸਾਥ ਹੀ ਤੁਸੀਂ ਸੰਕਲਪ ਸਿਰਫ ਇੱਕ ਹੀ ਹੈ, ਉਹ ਕੀ ਹੈ? ਨਹੀਂ, ਉਹ ਸੰਕਲਪ ਹੈ ਕਿ ਅਸੀਂ ਜਿਸ ਨੇ ਸਾਨੂੰ ਇਹ ਸਭ ਕੁਝ ਦਿੱਤਾ ਹੀ ਜੀ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹੈ। ਤੇ ਦਾਤਾ ਤੇ ਉਹ ਇੱਕ ਹੀ ਹੈ ਨਾ ਜੀ, ਤੇ ਜੋ ਦੇਣ ਵਾਲਾ ਦਾਤਾ ਹੈ ਉਸ ਨੂੰ ਯਾਦ ਕਰਦੇ ਆ। ਨਹੀਂ ਤੇ ਆਮ ਤੌਰ ਤੇ ਲੋਕ ਸੋਚਦੇ ਮੈਂ ਕਮਾਈ ਕਰਦਾ, ਮੈਂ ਔਰ ਤੁਸੀਂ ਮੇਰਾ ਇਹ ਖਾ ਪੀ ਕੇ ਪੂਰਾ ਕਰ ਦਿੰਦੇ ਹੋ, ਇਹ ਕਰ ਦਿਓ। ਆਪਸ 'ਚ ਜਦੋਂ ਲੜਾਈ ਝਗੜੇ ਹੁੰਦੇ ਨੇ, ਲੇਕਿਨ ਜੋ ਗਿਆਨਵਾਨ ਆਤਮਾ ਹੈਗੇ ਹੈ, ਯੋਗੀ ਤੋਂ ਆਤਮਾ ਹੈਗੇ ਹੈ, ਸ਼ਿਵ ਬਾਬਾ ਦੇ ਬੱਚੇ ਹੈਗੇ ਹੈ, ਉਹ ਬਹੁਤ ਸੱਭਿਅਤਾ ਨਾਲ ਸ਼ਿਵ ਬਾਬਾ ਨੂੰ ਯਾਦ ਵੀ ਕਰਨਗੇ ਔਰ ਦਿਲੋਂ ਬਹੁਤ ਧੰਨਵਾਦ ਵੀ ਦੇਣਗੇ ਕਿ ਸਾਨੂੰ ਤੁਸੀਂ ਇਤਨਾ ਅੱਛਾ ਸਭ ਪ੍ਰਬੰਧ ਦਿੱਤਾ ਹੋਇਆ ਹੈ ਜੀ, ਹਰ ਤਰ੍ਹਾਂ ਕੋਈ ਚੀਜ਼ ਦੀ ਕਮੀ ਨਹੀਂ ਹੈ। ਔਰ ਉਹਦੇ ਵਾਸਤੇ ਅਸੀਂ ਸ਼ੁਕਰਗੁਜ਼ਾਰ ਵੀ ਹੈਗੇ ਹਾਂ। ਔਰ ਇਸ ਤੋਂ ਪਹਿਲੇ ਕਿ ਅਸੀਂ ਉਹਨੂੰ ਸਵੀਕਾਰ ਕਰੀਏ ਭੋਜਨ ਨੂੰ, ਅਸੀਂ ਪਹਿਲੇ ਤੁਹਾਨੂੰ ਆਫਰ ਕਰਦੇ ਤੇ ਇਹ ਇੱਕ ਭਾਵਨਾ ਆਪਣੇ ਦਿਲ 'ਚ ਜਿਹੜੀ ਹੈ ਉਹ ਬਹੁਤ ਕੰਮ ਕਰਦੀ ਹੈ। ਜਦੋਂ ਅਸੀਂ ਸ਼ਿਵ ਬਾਬਾ ਦੀ ਯਾਦ 'ਚ ਰਹਿ ਕਰਕੇ ਭੋਜਨ ਕਰਾਂਗੇ ਤੇ ਉਹ ਭੋਜਨ ਦਾ ਸਵਾਦ ਵੀ ਬੜਾ ਅੱਛਾ ਲੱਗੇਗਾ ਔਰ ਉਹ ਪਚੇਗਾ ਵੀ ਬਹੁਤ ਅੱਛੀ ਤਰ੍ਹਾਂ ਜੀ, ਉਹਦੀ ਸ਼ਕਤੀ ਵੀ ਬਹੁਤ ਮਿਲੇਗੀ, ਤਾਕਤ ਆਏਗੀ ਔਰ ਉਹਦੇ ਵਿੱਚ ਖਾਸ ਧਿਆਨ ਇਹ ਰੱਖਦੇ ਹਾਂ ਕਿ ਤਾਮਸਿਕ ਚੀਜ਼ਾਂ ਨੂੰ ਅਸੀਂ ਨਾ ਲੈ ਸਵੀਕਾਰ ਨਹੀਂ ਕਰਦੇ। ਖਾਣ ਪਾਣ 'ਚ ਬਹੁਤ ਇਹ ਧਿਆਨ ਰੱਖਣਾ ਪੈਂਦਾ। ਇਹ ਹੈਲਪਿੰਗ ਫੈਕਟਰ ਹੈ ਸਹਿਜ ਰਾਜ ਯੋਗ ਅਭਿਆਸ ਕਰਨ ਵਾਲਿਆਂ ਵਾਸਤੇ ਕਿ ਜਿੰਨਾ ਅਸੀਂ ਇਹ ਅਭਿਆਸ ਕਰਦੇ ਹਾਂ ਉਹਦੇ 'ਚ ਸਾਨੂੰ ਇਹ ਮਦਦ ਮਿਲਦੀ ਹੈ ਇਹਦੀ। ਇਸ ਕਰਕੇ ਜੋ ਭੋਜਨ ਬਣਾਉਣ ਵਾਲੇ ਹੈ ਉਹ ਜਦੋਂ ਭੋਜਨ ਬਣਾਉਂਦੇ ਆ ਤੇ ਉਸ ਵੇਲੇ ਸ਼ਿਵ ਬਾਬਾ ਦੀ ਯਾਦ 'ਚ ਬਣਾਉਂਦੇ ਆ ਤੇ ਉਹਨਾਂ ਦੇ
ਉਹ ਜਿਹੜੇ ਵਾਈਬ੍ਰੇਸ਼ਨ ਆ ਉਹਦੇ 'ਚ ਆ ਜਾਂਦੇ ਆ। ਫਿਰ ਉਸ ਤੋਂ ਬਾਅਦ ਇਹ ਧਿਆਨ ਰੱਖਿਆ ਹੁੰਦਾ ਹੀ ਕਿ ਇਹੋ ਜਿਹਾ ਭੋਜਨ ਜਿਹਦੇ 'ਚ ਹਰ ਚੀਜ਼ ਪ੍ਰੋਪੋਰਸ਼ਨਲੀ ਹੋਣੀ ਚਾਹੀਦੀ ਹੈ ਔਰ ਮਾਈਲਡ ਹੋਣੀ ਚਾਹੀਦੀ, ਤਿੱਖੀ ਨਹੀਂ। ਕਿਸੇ ਕਿਸੇ ਨੂੰ ਹੁੰਦਾ ਨਾ ਮਿਰਚ ਵੀ ਖਾਣੀ ਆ ਤੇ ਤਿੱਖੀ ਖਾਣੀ ਆ, ਤੇ ਉਹ ਫਿਰ ਬਾਅਦ 'ਚ ਤਕਲੀਫ ਦਿੰਦੇ ਆ। ਕਿਸੇ ਨੂੰ ਜਲਨ ਹੋਏਗੀ, ਕਿਸੇ ਨੂੰ ਕੁਛ ਹੋਰ ਕਈ ਗੱਲਾਂ ਹੋ ਜਾਂਦੀਆਂ ਉਹਦੇ 'ਚ। ਇਸ ਕਰਕੇ ਬੜਾ ਧਿਆਨ ਰੱਖੀਦਾ ਜੀ ਕਿ ਭੋਜਨ ਸਾਤਵਿਕ ਚਾਹੀਦਾ, ਬਹੁਤ ਤਿੱਖਾ ਨਹੀਂ ਚਾਹੀਦਾ, ਸਾਦਾ ਚਾਹੀਦਾ, ਔਰ ਬੜਾ ਬੈਲੈਂਸਡ ਚਾਹੀਦਾ ਹਰ ਤਰ੍ਹਾਂ। ਔਰ शिव बाबा ਦੀ याद च रह करके बनाया होए, शिव बाबा ਦੀ याद च रह करके कमाया भी होए और बनाया भी होए, और फिर उस तो बाद भोजन स्वीकार भी किया जाए शिव बाबा ਦੀ याद च, ਤੇ ਫਿਰ ਬਹੁਤ ਸੁਖੀ ਜੀਵਨ ਮਹਿਸੂਸ ਹੁੰਦੀ, ਸਦਾ ਸਵਸਥ ਜੀਵਨ ਰਹਿੰਦੀ ਹੈ ਜੀ। ਬਹੁਤ ਅੱਛੀ ਗੱਲ ਤੁਸੀਂ ਦੱਸੀ ਭੋਜਨ ਦੇ ਬਾਰੇ 'ਚ, ਨਾਲੇ ਉਸ 'ਚ ਕਿੱਦਾਂ ਅਸੀਂ ਪਰਮਾਤਮਾ ਨੂੰ ਯਾਦ ਕਰਕੇ, ਬਣਾਉਂਦੀ ਵੇਲਾ ਕਿੱਦਾਂ ਯਾਦ ਕਰਕੇ, ਖਾਂਦੀ ਵੇਲਾ ਕਿੱਦਾਂ ਯਾਦ ਕਰਕੇ, ਇਹ ਬਹੁਤ ਅੱਛੀ ਇੱਕ ਸਹਿਜ ਵਿਧੀ ਦੱਸੀ ਤੁਸੀਂ ਸਾਨੂੰ। ਤੇ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਇਹ ਐਪੀਸੋਡ ਦੇਖਿਆ ਕਰਦੇ, ਕਿੱਦਾਂ ਭੋਜਨ ਬਣਾਉਣਾ, ਕਿੱਦਾਂ ਭੋਜਨ ਬਣਾ ਕੇ ਪਰਮਾਤਮਾ ਨੂੰ ਯਾਦ ਕਰਨਾ, ਖਾਂਦੀ ਵੇਲਾ ਕਿੱਦਾਂ ਯਾਦ ਕਰਨਾ। ਅਸੀਂ ਤੁਹਾਨੂੰ ਪਤਾ ਹੀ ਕਿ ਜਦੋਂ ਮੰਦਿਰ ਜਾਂ ਗੁਰਦੁਆਰੇ 'ਚ ਜਦੋਂ ਭੋਗ ਬਣਦਾ ਜੀ ਜੀ, ਤੇ ਉਸ ਵੇਲੇ ਜੋ ਵੀ ਗਿਆਨ ਜੋ ਬਣਾਉਣ ਵਾਲੇ ਹੁੰਦੇ ਨੇ, ਅਧਿਕਤਰ ਤੁਸੀਂ ਦੇਖਣਗੇ ਉਹ ਭੋਗ ਜੋ ਗੁਰਦੁਆਰੇ ਦੇ ਸੰਤ ਹੁੰਦੇ ਆ ਉਹ ਬਣਾਉਂਦੇ ਆ, ਤੇ ਉਹ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਨੇ ਤਾਂ ਕਿ ਉਹਨਾਂ ਦੇ ਮਨ 'ਚ ਵਾਹਿਗੁਰੂ ਤੋਂ ਸਿਵਾ ਹੋਰ ਕੁਛ ਨਾ ਆਏ। ਔਰ ਉਹ ਪ੍ਰਸਾਦ ਦੀ ਦੇਖੋ ਕਿਤਨੀ ਮਹਿਮਾ ਹੈ ਜੀ ਜੀ। ਹਰ ਇੱਕ ਬੜੇ ਪਿਆਰ ਨਾਲ ਉਹ ਪ੍ਰਸਾਦ ਲੈਂਦੇ ਨੇ। ਹਾਂਜੀ। ਔਰ ਜੋ ਮਿਲਦਾ ਹੀ ਮਨ 'ਚ ਕੀ ਹੁੰਦਾ ਹੀ, ਥੋੜਾ ਜਿਹਾ ਆਪਣਾ ਮੁੱਖ 'ਚ ਪਾਉਣਗੇ, ਬਾਕੀ ਸਾਰਾ ਕਹਿਣਗੇ ਇਹ ਘਰ ਵਾਲਿਆਂ ਵਾਸਤੇ ਲੈ ਜਾਣਾ। ਉਹਦੀ ਇਤਨੀ ਮਤਲਬ ਵੈਲਿਊ ਹੈ ਭਾਵਨਾ ਦੀ। ਉਹ ਦੇਖਿਆ ਵੀ ਹੈ, ਪ੍ਰੈਕਟੀਕਲ ਵੀ ਦੇਖਿਆ ਕਿ ਅਗਰ ਉਹ ਭਾਵਨਾ ਦੇ ਨਾਲ ਕੋਈ ਚੀਜ਼ ਅਗਰ ਸਵੀਕਾਰ ਕੀਤੀ ਜਾਂਦੀ ਹੈ ਤੇ ਭਾਵਨਾ ਦਾ ਫਲ ਤੇ ਮਿਲਦਾ ਹੀ ਹੈ। ਜੀ ਜ਼ਰੂਰ, ਬਿਲਕੁਲ। ਇਸ ਕਰਕੇ ਅਸੀਂ ਤੇ ਕਹਾਂਗੇ ਬਈ ਸਦਾ ਤੰਦਰੁਸਤ ਰਹਿਣ ਵਾਸਤੇ, ਸਦਾ ਮੌਜ 'ਚ ਰਹਿਣ ਵਾਸਤੇ, ਸਦਾ ਖੁਸ਼ ਰਹਿਣ ਵਾਸਤੇ ਤੁਹਾਡਾ ਜਿਹੜਾ ਖਾਣ ਪਾਨ ਹੈ ਇੱਕ ਤੇ ਬੜਾ ਸ਼ੁੱਧ ਚਾਹੀਦਾ, ਔਰ ਵਾਹਿਗੁਰੂ ਦੀ ਯਾਦ 'ਚ, ਸ਼ਿਵ ਬਾਬਾ ਦੀ ਯਾਦ 'ਚ ਜਿੰਨਾ ਹੋ ਸਕੇ। ਹਾਲਾਂਕਿ ਇਹ ਵੀ ਦੇਖਿਆ ਹੀ ਕਿ ਉਹ ਜਦੋਂ ਯਾਦ 'ਚ ਸ਼ੁਰੂ ਕਰਦੇ ਫਿਰ ਧਿਆਨ ਕਿਤੇ ਹੋਰ ਜਾਣ ਲੱਗਦਾ ਹੀ, ਉਹਨੂੰ ਵਾਪਸ ਲਿਆਉਣਾ ਪੈਂਦਾ ਹੀ ਜੀ। ਤੇ ਪੁਰਸ਼ਾਰਥ ਇਸ ਵੇਲੇ ਇਹਨਾਂ ਗੱਲਾਂ ਦਾ ਹੈ, ਬਹੁਤ ਜ਼ਰੂਰੀ, ਮਿਹਨਤ ਕਰਨੀ ਪੈਂਦੀ। ਜੀ ਜੀ ਜੀ। ਬਿਨਾਂ ਮਿਹਨਤ ਕੋਈ ਚੀਜ਼ ਮਿਲਦੀ ਨਹੀਂ ਹੈ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਇਸ ਅਨੁਭਵੀ ਤੇ ਗਿਆਨ ਮਾਧਿਅਮ 'ਚ ਸਾਨੂੰ ਮਾਰਗ ਦੱਸਦੇ। ਸਤਿਗੁਰੂ ਕਰਤਾ ਪੁਰਖ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਔਰ ਸਰੋਤਾ ਜੋ ਵੀ ਹਨ, ਜੋ ਸੁਣਨ ਵਾਲੇ ਨੇ, ਦੇਖਣ ਵਾਲੇ ਨੇ, ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਸਾਡੇ ਵਾਸਤੇ ਸ਼ੁਭ ਭਾਵਨਾ ਰੱਖਦੇ ਹੋ, ਸ਼ੁਭ ਕਾਮਨਾ ਰੱਖਦੇ ਹੋ, ਔਰ ਇਹਦੇ ਫਲਸਰੂਪ ਸਾਡਾ ਵੀ ਜੀਵਨ ਬੜਾ ਸਫਲ ਔਰ ਬੜਾ ਸੁਖੀ ਹੈਗਾ। ਓਮ ਸ਼ਾਂਤੀ।